शब्द सुरत सुख उपजै। प्रभ रातो सुख सार। राम नाम मन बेदया अवर के करी विचार। वाहिगुरु जी का खालसा वाहिगुरु जी की फतेह। गरीब नवाज दीन दयाल अंतरजामी सतगुरु श्री गुरु ग्रंथ साहिब जी दी पावन पवित्र हजूरी विच सुभाईमान हो रही गुरु स्वरूप साध संगत जी अगम अमृत दे दाते सर्वसदानी साहिब कमाल धन धन सतगुरु श्री गुरु गोबिंद सिंह जी महाराज दे महान पवित्र अस्थान खालसे दे जन्म अस्थान तख्त श्री केसगढ़ साहिब जी विखे आप सब सज रहे हो। अमृत वेले दे दीवान सज रहे हन जिस विच आप सब माई भाई रागी संघां पासों आसा दी वार दा कीर्तन गुरबाणी दे रस भिन्ने शब्दां सहित सरवण कर रहे सी। वड्डे भाग हन जो इस अस्थान ते गुरु महाराज जी दी संगत विच बैठण दा सानू सुभाग समा प्राप्त हो रहा है। जिवें गुरु साहिब जी उपदेश बख्श रहे हन मन चित बिरती एकाग्र करके सरवण करिए। वाहिगुरु साहिब जी श्री राग महला पहला। पहले पातशाह सतगुरु नानक देव साहिब जी राग श्री राग विच उपदेश बख्श रहे हन। राम नाम मन बेदया अवर के करी विचार। सतगुरु नानक देव साहिब जी फरमाउंदे हन रमे होए परमेश्वर दे नाम विच मन विन्निया गया। जिस गुरमुख दा मन परमेश्वर दे नाम नाल जुड़ गया उन्हां गुरमुखां दी अवर के करी विचार। होर केड़ी विचार दसना करिए। उन्हां ने धूणियां तपाउणियां जल धारे करने पुठे लमकना
ਵੀ ਸਾਧਨ ਸਨ, ਉਹ ਸਾਰੇ ਹੀ ਛੱਡ ਦਿੱਤੇ। ਆਪਣੇ ਸਤਿਗੁਰਾਂ ਕੋਲੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਨਾਮ ਦੀ ਕੀਤੀ ਅਭਿਆਸ ਕਰਦਿਆਂ ਕਰਦਿਆਂ ਰਾਮ ਨਾਮ ਮਨ ਵਿਦਿਆ, ਰਮੇ ਹੋਏ ਪਰਮੇਸ਼ਰ ਦੇ ਨਾਮ ਵਿੱਚ ਮਨ ਵਿੰਨਿਆ ਗਿਆ। ਐਸਾ ਵਿੰਨਿਆ ਗਿਆ, ਪਰਮੇਸ਼ਰ ਦੇ ਨਾਮ ਨਾਲ ਐਸੀ ਗੁਰਮੁਖ ਜਨ ਦੀ ਪ੍ਰੀਤ ਬਣ ਗਈ, ਜਿਉਂ ਮਛਲੀ ਬਿਨ ਪਾਣੀ ਰਹਿ ਨਾ ਕਿਤੈ ਉਪਾਏ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ, ਚਾਹੇ ਕਿਤਨੇ ਹੀ ਉਪਾਅ ਕਰ ਲਏ ਜਾਣ। ਮੱਛੀ ਦਾ ਪਾਣੀ ਨਾਲ ਪ੍ਰੇਮ ਹੁੰਦਾ। ਪਾਣੀ ਥੋੜਾ ਵੀ ਹੋਵੇ, ਮੈਲਾ ਕੁਚੈਲਾ ਵੀ ਹੋਵੇ, ਫਿਰ ਵੀ ਉਹ ਮੱਛੀ ਪਾਣੀ ਵਿੱਚ ਖੁਸ਼ ਹੈ। ਲੇਕਿਨ ਪਾਣੀ ਵਿੱਚੋਂ ਕੱਢ ਕੇ ਬੇਸ਼ੱਕ ਤੁਸੀਂ ਕੱਪੜਿਆਂ ਵਿੱਚ ਸੋਨੇ ਦੇ ਸੰਦੂਕ ਵਿੱਚ ਉਸ ਨੂੰ ਰੱਖ ਦਿਓ, ਪਾਣੀ ਨਾ ਮਿਲਿਆ ਤੇ ਉਹ ਮੱਛੀ ਤੜਫ ਤੜਫ ਕੇ ਮਰ ਜਾਵੇਗੀ। ਮੱਛੀ ਦੀ ਜਿਵੇਂ ਪਾਣੀ ਨਾਲ ਪ੍ਰੀਤ ਹੈ, ਤਿਵੇਂ ਰੱਬ ਦੇ ਪਿਆਰੇ ਦੀ ਪਰਮੇਸ਼ਰ ਦੇ ਨਾਮ ਨਾਲ ਪ੍ਰੀਤ ਹੁੰਦੀ। ਜਿਉਂ ਮਛਲੀ ਬਿਨ ਪਾਣੀ ਰਹਿ ਨਾ ਕਿਤੈ ਉਪਾਏ, ਤਿਉਂ ਹਰਿ ਬਿਨ ਸੰਤ ਨਾ ਜੀਵਈ। ਤਿਵੇਂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸੰਤ ਜਨ ਜੀ ਨਹੀਂ ਸਕਦੇ। ਨਾਮ ਤੋਂ ਬਿਨਾਂ ਤਾਂ ਉਹਨਾਂ ਦਾ ਮਰਨਾ ਹੀ ਹੋ ਜਾਂਦਾ। ਨਾਮ ਨਾਲ ਸਤਿਗੁਰਾਂ ਦੇ ਨਾਲ ਉਹਨਾਂ ਦੀ ਐਸੀ ਪ੍ਰੀਤ ਹੁੰਦੀ। ਮੈਂ ਸਤਿਗੁਰ ਸੇਤੀ ਰਹੀ, ਮੇਰੀ ਸਤਿਗੁਰਾਂ ਨਾਲ ਪ੍ਰੀਤ ਬਣੀ ਹੋਈ, ਔਰ ਸਤਿਗੁਰਾਂ ਦੇ ਨਾਲ ਮੈਂ ਜ਼ਿੰਦਗੀ ਦੇ ਅੰਤ ਸਵਾਸਾਂ ਤੱਕ ਜੁੜਿਆ ਰਹਾ। ਇਹ ਉਹਨਾਂ ਦੇ ਦਿਲ ਦੀ ਭਾਵਨਾ ਅਤੇ ਉਹਨਾਂ ਦੀ ਅਰਦਾਸ ਹੁੰਦੀ। ਝੱਖੜ ਝਾਗੀ ਮੀਹੋ ਬਰਸੈ, ਭੀ ਗੁਰ ਦੇਖਣ ਜਾਈ। ਪ੍ਰਤੱਖ ਝੱਖੜ ਝੁਲ ਰਹੇ ਹੋਣ, ਮੋਹਲੇ ਧਾਰ ਮੀਂਹ ਦੀ ਵਰਖਾ ਹੋ ਰਹੀ ਹੋਵੇ, ਫਿਰ ਵੀ ਉਹ ਨੇਮ ਪ੍ਰੇਮ ਨਾਲ ਆਪਣੇ ਸਤਿਗੁਰਾਂ ਦੇ ਦਰਸ਼ਨ ਦੇਖਣ ਵਾਸਤੇ ਜਾਂਦੇ ਹਨ। ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰ ਪਹਿ ਜਾਈ। ਬੇਸ਼ੱਕ ਰਸਤੇ ਵਿੱਚ ਭਾਵੇਂ ਖਾਰਾ ਸਮੁੰਦਰ ਸਾਗਰ ਵੀ ਕਿਉਂ ਨਾ ਆ ਜਾਵੇ, ਉਸ ਨੂੰ ਵੀ ਲੰਘ ਕੇ ਗੁਰਸਿੱਖ ਆਪਣੇ ਗੁਰੂ ਪਾਸ ਜਾ ਕੇ ਬੈਠਦੇ ਨੇ। ਕਿਉਂਕਿ ਗੁਰਸਿੱਖ ਨੂੰ ਇਹ ਸਮਝ ਪਈ ਕਿ ਇਸ ਕਲਯੁਗ ਅੰਦਰ ਆਪਣੇ ਸਤਿਗੁਰਾਂ ਪਾਸ ਬੈਠ ਕੇ ਜੋ ਪਰਮੇਸ਼ਰ ਦੀ ਸਿਫਤ ਸਲਾਹ ਸੁਣਨੀ ਹੈ, ਜੋ ਕੀਰਤਨ ਸੁਣਨਾ, ਗੁਰਬਾਣੀ ਸੁਣਨੀ, ਕਥਾ ਵਿਚਾਰ ਸੁਣਨੀ, ਕਲਯੁਗ ਅੰਦਰ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਲਈ ਇਹ ਸਭ ਤੋਂ ਸੌਖਾ ਸਾਧਨ ਹੈ ਤੇ ਸਭ ਤੋਂ ਉੱਚਾ ਸਾਧਨ ਹੈ। ਸਤ ਸੰਗਤ ਵਿੱਚ ਬੈਠ ਕੇ ਆਪਣੇ ਪਰਮੇਸ਼ਰ ਨਾਲ, ਆਪਣੇ ਸਤਿਗੁਰਾਂ ਨਾਲ ਜੁੜ ਜਾਣਾ
ਕਲਯੁਗ ਅੰਦਰ ਸਭ ਤੋਂ ਸੌਖਾ ਸਾਧਨ ਤੇ ਸਭ ਤੋਂ ਉੱਚਾ ਤੇ ਸਭ ਤੋਂ ਵੱਡਾ ਸਾਧਨ ਹੈ। ਇਸ ਦੇ ਬਰਾਬਰ ਕੋਈ ਵੀ ਹੋਰ ਕਰਮ ਧਰਮ ਤੇ ਸਾਧਨ ਪੁੱਜ ਨਹੀਂ ਸਕਦਾ। ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਫਰਮਾਉਂਦੇ, ਇਸੇ ਕਰਕੇ ਸਿੱਖ ਗੁਰੂ ਦੀ ਸੰਗਤ ਨਾਲ ਪ੍ਰੀਤ ਕਰਦਾ ਤੇ ਐਸੀ ਸੰਗਤ ਨਾਲ ਪੱਕੀ ਪ੍ਰੀਤ ਕਿ ਸਤਿਗੁਰਾਂ ਦੀ ਸੰਗਤ ਨੂੰ ਸਿੱਖ ਕਦੇ ਵੀ ਤਿਆਗ ਨਹੀਂ ਸਕਦਾ। ਮਾਰਬੇ ਕੋ ਤਰਾਸ ਦੇਖ ਚੋਰ ਨਾ ਤਜਤ ਚੋਰੀ। ਚੋਰ ਦੀ ਜਿਵੇਂ ਚੋਰੀ ਨਾਲ ਪ੍ਰੀਤ ਹੁੰਦੀ, ਉਹ ਕਦੇ ਚੋਰੀ ਨੂੰ ਤਿਆਗ ਨਹੀਂ ਸਕਦਾ। ਮੌਤ ਦਾ ਡਰ ਦੇਖ ਕੇ ਵੀ ਚੋਰ ਚੋਰੀ ਨਹੀਂ ਛੱਡਦਾ। ਚੋਰੀ ਕਰਨ ਵਾਸਤੇ ਆਪਣੇ ਸਾਥੀ ਮਿੱਤਰਾਂ ਸਮੇਤ ਘਰੋਂ ਤੁਰ ਪਿਆ। ਰਸਤੇ ਵਿੱਚ ਜਾਂਦਿਆਂ ਹੋਇਆਂ ਚੋਰ ਦਾ ਮਨ ਡਰਦਾ ਹੈ, ਸਹਿਕਦਾ ਹੈ ਕਿ ਜਿਸ ਘਰ ਨੂੰ ਜਾ ਕੇ ਮੈਂ ਸੰਨ ਲਾਉਣੀ, ਉਸ ਘਰ ਦੇ ਜੀ ਮੈਂਬਰ ਉੱਠ ਖਲੋਤੇ। ਹੋ ਸਕਦਾ ਹੈ ਕਿਸੇ ਮਾਰੂ ਸ਼ਸਤਰ ਦੇ ਨਾਲ ਉਹ ਮੈਨੂੰ ਉੱਥੇ ਹੀ ਮਾਰ ਦੇਣ। ਜੇ ਪਕੜਿਆ ਗਿਆ ਤੇ ਸਮੇਂ ਦੀ ਸਰਕਾਰ ਮੈਨੂੰ ਕਰੜੀ ਸਜ਼ਾ ਵੀ ਦੇ ਸਕਦੀ ਹੈ। ਤੇ ਪਿਛਲੇ ਸਮੇਂ ਦੇ ਵਿੱਚ ਤਾਂ ਚੋਰ ਦੀ ਇਹ ਰਾਜਿਆਂ ਵੱਲੋਂ ਸਜ਼ਾ ਨਿਯੁਕਤ ਕੀਤੀ ਹੁੰਦੀ। ਤੇ ਭਾਈ ਗੁਰਦਾਸ ਜੀ ਵੀ ਦੱਸਦੇ ਹਨ, ਜੈਸੇ ਚੋਰ ਚਾਹੀਏ ਚੜਾਇਓ ਸੂਰੀ ਚੌਬਟਾਵੇਂ। ਜਿਸ ਤਰ੍ਹਾਂ ਚੋਰ ਨੂੰ ਚੁਰਸਤੇ ਵਿੱਚ ਲਿਆ ਕੇ ਤੇ ਸੂਲੀ ਤੇ ਚੜਾ ਦੇਣਾ ਕਰੀਏ, ਇਹ ਉਹਦੀ ਯੋਗ ਸਜ਼ਾ ਹੈ। ਪਿਛਲੇ ਸਮੇਂ ਵਿੱਚ ਰਾਜਿਆਂ ਵੱਲੋਂ ਇਹ ਸਜ਼ਾ ਦਿੱਤੀ ਜਾਂਦੀ ਸੀ। ਚੋਰ ਪਕੜਿਆ ਜਾਵੇ ਤੇ ਸੂਲੀ ਤੇ ਚੜਾ ਦਿੱਤਾ ਜਾਂਦਾ ਸੀ। ਸੋ ਉਸ ਦਾ ਮਨ ਡਰਦਾ ਹੈ ਕਿ ਜੇਕਰ ਪਕੜਿਆ ਗਿਆ, ਫੜਿਆ ਗਿਆ ਤੇ ਸਮੇਂ ਦੀ ਸਰਕਾਰ ਸੂਲੀ ਤੇ ਵੀ ਮੈਨੂੰ ਚੜਾ ਸਕਦੀ ਹੈ। ਗਲ ਵਿੱਚ ਫਾਹੀ ਪਾ ਕੇ, ਫੰਦਾ ਪਾ ਕੇ ਵੀ ਮੈਨੂੰ ਮਾਰ ਸਕਦੀ ਹੈ। ਮੌਤ ਸਾਹਮਣੇ ਦਿਸਦੀ ਹੈ, ਪਰ ਮੌਤ ਦੇਖਦਾ ਹੋਇਆ ਵੀ ਚੋਰ ਕਦੇ ਚੋਰੀ ਨਹੀਂ ਛੱਡਦਾ। ਉਹ ਫਿਰ ਵੀ ਚੋਰੀ ਕਰਨ ਵਾਸਤੇ ਜਾਂਦਾ ਹੈ। ਰਾਹ ਮਾਰ ਧਾੜਵੀ ਦੀ ਜਿਵੇਂ ਮਾਇਆ ਨਾਲ ਪ੍ਰੀਤ ਹੁੰਦੀ। ਮਾਇਆ ਖਾਤਰ ਬਟਵਾਰਾ ਬਟਵਾਰੀ ਸੰਗ ਹੋਏ ਤਖਤ ਹੈ। ਬਟਵਾਰਾ ਕਹਿੰਦੇ ਨੇ ਰਾਹ ਮਾਰ ਆਦਮੀ ਨੂੰ, ਧਾੜਵੀ ਨੂੰ, ਜੋ ਰਸਤੇ ਵਿੱਚ ਤੁਰੇ ਜਾਂਦੇ ਹੋਏ ਰਾਹੀ ਮੁਸਾਫਰਾਂ ਨੂੰ ਲੁੱਟਦਾ ਹੈ, ਮਾਰਦਾ ਹੈ। ਉਹ ਆਪਣੇ ਮਾੜੇ ਕੰਮਾਂ ਤੋਂ ਬਾਜ਼ ਨਹੀਂ ਆਉਂਦਾ। ਹੋਰ ਰਾਹ ਮਾਰ ਧਾੜਵੀਆਂ ਨਾਲ ਮਿਲ ਕੇ ਕੁਝ ਪੈਸਿਆਂ ਦੀ ਖਾਤਰ ਹੀ ਲੋਕਾਂ ਨੂੰ ਮਾਰ ਵੀ ਦਿੰਦਾ ਹੈ। ਵਸ਼ਈ ਪੁਰਸ਼ ਦੀ ਜਿਵੇਂ ਪਰ ਸਰੀਰ ਨਾਲ ਪ੍ਰੀਤ ਹੁੰਦੀ। ਬੇਸਵਾ ਰਤ ਬਿਰਥਾ ਭਏ, ਮਨ ਮੈਂ ਨਾ ਸ਼ੰਕਾ ਮੰਨੈ। ਪਰ ਸਰੀਰ ਨਾਲ ਕੁਕਰਮ ਕਰਨ ਤੇ ਮੇਰੇ ਸਰੀਰ ਨੂੰ ਅਜਿਹੇ ਅਸਾਧ ਰੋਗ ਵੀ ਲੱਗ ਸਕਦੇ ਨੇ, ਜਿਨ੍ਹਾਂ ਰੋਗਾਂ ਦਾ ਇਸ ਸੰਸਾਰ ਤੇ ਕੋਈ ਇਲਾਜ ਨਹੀਂ, ਜੋ ਰੋਗ ਲਾ ਇਲਾਜ ਕਹੇ ਗਏ ਨੇ। ਭਾਈ ਗੁਰਦਾਸ ਜੀ ਫਰਮਾਉਂਦੇ, ਇਸ ਗੱਲ ਨੂੰ ਵਿਸ਼ਈ ਪੁਰਸ਼ ਹਿਰਦੇ ਅੰਦਰ ਚੰਗੀ ਤਰ੍ਹਾਂ ਜਾਣਦਾ ਹੈ, ਪਰ ਜਾਣਦਾ ਹੋਇਆ ਵੀ ਉਹ ਪਰ ਸਰੀਰ ਦੀ ਕੁਸੰਗਤ ਤਿਆਗਦਾ ਨਹੀਂ। ਉਹ ਕੁਸੰਗਤ ਕਰਨ ਵਾਸਤੇ ਜਾਂਦਾ ਹੈ। ਜਿਵੇਂ ਜਵਾਰੀ ਦੀ ਪ੍ਰੀਤ ਜੂਏ ਨਾਲ ਹੁੰਦੀ,
जुआरी न सरबस हारे सै थकत है। जुआरी ਭਾਵੇਂ ਸਰਬੰਸ ਹੀ ਜੂਏ ਵਿੱਚ ਕਿਉਂ ਨਾ ਹਰਾ ਦੇਵੇ, ਉਹ ਕਦੇ ਜੂਆ ਖੇਡਣੋਂ ਥੱਕਦਾ ਨਹੀਂ। ਪੱਕਾ ਜੁਆਰੀ ਜੂਆ ਤਿਆਗ ਨਹੀਂ ਸਕਦਾ, ਭਾਵੇਂ ਸਾਰਾ ਕੁਝ ਹੀ ਕਿਉਂ ਨਾ ਜੂਏ ਵਿੱਚ ਚਲਿਆ ਜਾਵੇ। ਜਿਵੇਂ ਪਾਂਡਵਾਂ ਨੇ ਜੂਏ ਵਿੱਚ ਸਾਰਾ ਕੁਝ ਹੀ ਹਰਾ ਦਿੱਤਾ, ਇੱਥੋਂ ਤੱਕ ਜਦ ਕੁਛ ਵੀ ਨਾ ਬਚਿਆ ਤਾਂ ਦ੍ਰੋਪਦੀ ਵੀ ਦਾਅ ਪਰ ਲਗਾ ਦਿੱਤੀ ਤੇ ਉਹ ਵੀ ਹਾਰ ਗਏ। ਪੱਕੇ ਜਵਾਰੀ ਦੀ ਜਿਵੇਂ ਜੂਏ ਨਾਲ ਪ੍ਰੀਤ ਹੁੰਦੀ, ਭਾਵੇਂ ਸਰਬੰਸ ਹੀ ਕਿਉਂ ਨਾ ਹਰਾ ਦੇਵੇ, ਉਹ ਫਿਰ ਵੀ ਜੂਏ ਦਾ ਤਿਆਗ ਨਹੀਂ ਕਰਦਾ। ਅਮਲੀ ਨਾ ਅਮਲ ਤਜਤ ਜੋ ਤਿਆਗਾਰ ਕੀਏ। ਅਮਲੀ ਬੰਦਾ ਜਿਵੇਂ ਅਮਲਾਂ ਨੂੰ ਛੱਡਦਾ ਨਹੀਂ, ਜੋ ਤਿਆਗਾਰ ਯੋਗ ਕੀਤੇ ਹੋਏ। ਦੋਖ ਦੁੱਖ ਲੋਗ ਵੇਦ ਸੁਨਤ ਛਕਤ ਹੈ। ਅਮਲਾਂ ਦਾ ਸੇਵਨ ਕਰਨ ਤੇ ਜੋ ਦੋਸ਼ ਪ੍ਰਾਪਤ ਹੁੰਦੇ ਹਨ, ਜੋ ਦੁੱਖ ਪ੍ਰਾਪਤ ਹੁੰਦੇ ਨੇ, ਉਹ ਲੋਕਾਂ ਕੋਲੋਂ ਵੀ ਸੁਣਦਾ ਹੈ, ਧਾਰਮਿਕ ਗ੍ਰੰਥਾਂ ਵਿੱਚੋਂ ਵੀ ਪੜ੍ਹਦਾ ਹੈ, ਪਰ ਫਿਰ ਵੀ ਅਮਲਾਂ ਦਾ ਤਿਆਗ ਨਹੀਂ ਕਰਦਾ। ਉਹ ਅਮਲਾਂ ਦਾ ਸੇਵਨ ਕਰਦਾ ਹੈ। ਸੋ ਇਹਨਾਂ ਦੀ ਜਿਵੇਂ ਕੁਸੰਗਤ ਨਾਲ ਪੱਕੀ ਪ੍ਰੀਤ। ਅਦਮ ਅਸਾਧ ਸੰਗ ਛਾੜਤ ਨਾ ਅੰਗੀਕਾਰ। ਅਦਮ ਕਹਿੰਦੇ ਨੇ ਨੀਚ ਨੂੰ, ਅਸਾਧ ਕਹਿੰਦੇ ਨੇ ਵਿਗੜੇ ਮਨ ਵਾਲੇ ਪੁਰਸ਼ ਨੂੰ, ਜਿਸ ਨੇ ਆਪਣਾ ਮਨ ਸਾਧਿਆ ਨਹੀਂ। ਅਦਮ ਅਸਾਧ, ਅਦਮ ਨੀਚ, ਅਸਾਧ ਵਿਗੜੇ ਮਨ ਵਾਲੇ ਪੁਰਸ਼। ਸੰਗ ਛਾੜਤ ਨਾ ਅੰਗੀਕਾਰ। ਕੁਸੰਗਤ ਦਾ ਫਲ ਮਾੜਾ ਦੇਖ ਕੇ ਵੀ ਕੁਸੰਗਤ ਛੱਡਦੇ ਨਹੀਂ, ਉਸ ਨੂੰ ਅੰਗੀਕਾਰ ਕਰਦੇ ਨੇ। ਜਿਵੇਂ ਚੋਰ ਦੀ ਚੋਰੀ ਨਾਲ ਪ੍ਰੀਤ, ਭਾਵੇਂ ਉਸ ਨੂੰ ਪਤਾ ਕਿ ਇਹਦਾ ਫਲ ਮਾੜਾ ਹੈ, ਫਿਰ ਵੀ ਉਹ ਚੋਰੀ ਤਿਆਗਦਾ ਨਹੀਂ। ਜਿਵੇਂ ਧਾੜਵੀ ਨੂੰ ਵੀ ਪਤਾ ਹੈ ਕਿ ਮੈਂ ਕੁਝ ਪੈਸਿਆਂ ਦੀ ਖਾਤਰ ਬੰਦੇ ਨੂੰ ਮਾਰ ਦੇਣ ਤੱਕ ਚਲਿਆ ਜਾਂਦਾ ਹਾਂ, ਤੇ ਕਈ ਵਾਰੀ ਮਾਰ ਵੀ ਦਿੰਦਾ ਹਾਂ, ਤੇ ਜਦੋਂ ਉਸ ਦੀ ਤਲਾਸ਼ੀ ਕੀਤੀ ਜਾਵੇ ਤੇ ਕੁਝ ਪੈਸੇ ਜੇਬ ਦੇ ਵਿੱਚੋਂ ਨਿਕਲਦੇ, ਤੇ ਆਤਮਾ ਅੰਦਰੋਂ ਆਵਾਜ਼ ਦਿੰਦੀ ਕਿ ਤੈਨੂੰ ਫਟਕਾਰ ਹੈ। ਇਹਨਾਂ ਕੁਝ ਪੈਸਿਆਂ ਦੀ ਖਾਤਰ ਦੂਸਰੇ ਬੰਦੇ ਨੂੰ ਮਾਰ ਕੁੱਟ ਛੱਡਿਆ। ਸੋ ਇਹ ਆਵਾਜ਼ ਉਸ ਨੂੰ ਵੀ ਮਿਲਦੀ ਹੈ, ਉਸ ਨੂੰ ਵੀ ਪਤਾ ਹੈ ਜੋ ਮੈਂ ਕੰਮ ਕਰ ਰਿਹਾ ਹਾਂ ਇਹ ਮਾੜਾ ਹੈ, ਇਹਦਾ ਫਲ ਵੀ ਮੈਨੂੰ ਮਾੜਾ ਪ੍ਰਾਪਤ ਹੋਣਾ ਹੈ, ਪਰ ਫਿਰ ਵੀ ਉਹ ਛੱਡਦਾ ਨਹੀਂ। ਜਿਵੇਂ ਵਿਸ਼ਈ ਪੁਰਸ਼ ਨੂੰ ਵੀ ਪਤਾ ਹੈ ਕਿ ਜੋ ਮੈਂ ਪਰ ਸਰੀਰ ਨੂੰ ਮਿਲਣ ਵਾਸਤੇ ਜਾਂਦਾ ਹਾਂ ਇਹ ਕੰਮ ਮਾੜਾ ਹੈ, ਇਹਦਾ ਫਲ ਮੈਨੂੰ ਮਾੜਾ ਮਿਲੇਗਾ, ਫਿਰ ਵੀ ਉਹਦੀ ਪੱਕੀ ਪ੍ਰੀਤ ਬਣੀ ਹੋਈ, ਉਹ ਪਰ ਸਰੀਰ ਨੂੰ ਮਿਲਣ ਵਾਸਤੇ ਜਾਂਦਾ ਹੈ। ਜਵਾਰੀ ਦੀ ਜਿਵੇਂ ਪ੍ਰੀਤ ਜੂਏ ਨਾਲ, ਅਮਲੀ ਬੰਦੇ ਦੀ ਪ੍ਰੀਤ ਜਿਵੇਂ ਅਮਲਾਂ ਦੇ ਨਾਲ, ਤਿਵੇਂ ਭਾਈ ਗੁਰਦਾਸ ਜੀ ਫਰਮਾਉਂਦੇ, ਸਿੱਖ ਦੀ ਪ੍ਰੀਤ ਗੁਰੂ ਕੀ ਸੰਗਤ ਨਾਲ ਹੋਇਆ ਕਰਦੀ। ਤਿਵੇਂ ਗੁਰਸਿੱਖ ਸਾਧ ਸੰਗ ਛਾੜ ਨਾ ਸਕਤ ਹੈ। ਜੋ ਗੁਰਸਿੱਖ ਹੈ ਉਹ ਸਾਧ ਸੰਗਤ ਨੂੰ ਛੱਡ ਨਹੀਂ ਸਕਦਾ, ਸਾਧ ਸੰਗਤ ਤੋਂ ਬਗੈਰ ਰਹਿ ਨਹੀਂ ਸਕਦਾ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਮੇਰਾ ਗੁਰਬਾਣੀ ਆਸਰਾ ਹੈ। ਔਰ ਇੱਕ ਇਹ ਹੀ ਅਰਦਾਸ ਬੇਨਤੀ ਕਰਦਾ ਹਾਂ ਕਿ ਜ਼ਿੰਦਗੀ ਦੇ ਅੰਤਲੇ ਸਵਾਸਾਂ ਤੱਕ ਇਸ ਗੁਰਬਾਣੀ ਦੇ ਨਾਲ ਜੁੜਿਆ ਰਹਾਂ, ਤੇ ਸਿੱਖ ਦਾ ਮਨ ਗੁਰਬਾਣੀ ਦੇ ਨਾਲ ਇਤਨਾ ਰਚ ਮਿਚ ਗਿਆ ਕਿ ਭਾਵੇਂ ਸੀਸ ਤੇ ਆਰਾ ਰੱਖ ਕੇ
ਜਲਾਦ ਨੇ ਆਰਾ ਫੇਰਨਾ ਸ਼ੁਰੂ ਕਰ ਦਿੱਤਾ ਤੇ ਗਰੀਬ ਨਵਾਜ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਭਾਈ ਮਤੀ ਦਾਸ ਜੀ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕਰਦੇ ਹਨ। ਸਰੀਰ ਦੋ ਫਾੜ ਹੋ ਗਿਆ, ਪਰ ਦੋ ਫਾੜ ਹੋਏ ਸਰੀਰ ਦੇ ਵਿੱਚੋਂ ਵੀ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਦੀ ਆਵਾਜ਼ ਤਿਵੇਂ ਹੀ ਆ ਰਹੀ। ਪੰਜ ਪ੍ਰਵਾਨ ਵਾਲੀ ਪੌੜੀ ਤੱਕ ਪਾਠ ਪਹੁੰਚਾ ਤੇ ਸਰੀਰ ਦੋ ਫਾੜ ਹੋ ਗਿਆ। ਪੰਜ ਪ੍ਰਵਾਨ ਵਾਲੀ ਪੌੜੀ ਤੋਂ ਲੈ ਕੇ ਕੇਤੀ ਛੁੱਟੀ ਨਾਲ ਤੱਕ ਬਾਕੀ ਜਿਹੜਾ ਪਾਠ ਰਹਿ ਗਿਆ ਸੀ ਉਹ ਸਾਰਾ ਪਾਠ ਦੋ ਫਾੜ ਹੋਏ ਸਰੀਰ ਦੇ ਵਿੱਚੋਂ ਕਰਕੇ ਫਤਿਹ ਪਰਮੇਸ਼ਰ ਨੂੰ ਨਮਸਕਾਰ ਕਰਕੇ ਫਿਰ ਆਪਣੇ ਸਰੀਰ ਨੂੰ ਸ਼ਾਂਤ ਕੀਤਾ। ਭਾਈ ਮਣੀ ਸਿੰਘ ਜੀ ਬੰਦ ਕਰਕੇ ਕੱਟ ਦਿੱਤੇ ਗਏ ਤੇ ਸਰੀਰ ਕੱਟ ਕੇ ਇੱਕ ਟੋਕਰੇ ਵਿੱਚ ਪਾ ਕੇ ਰੱਖ ਦਿੱਤਾ। ਸਾਰਾ ਸਰੀਰ ਕੱਟਿਆ ਗਿਆ। 8ਵੀਂ ਅਸ਼ਟਪਦੀ ਤੇ ਪਾਠ ਸੀ, ਜਿਸ ਵਕਤ ਸਾਰਾ ਸਰੀਰ ਬੰਦ ਕੱਟ ਕੇ ਇੱਕ ਥਾਂ ਤੇ ਰੱਖ ਦਿੱਤਾ ਤੇ 8ਵੀਂ ਅਸ਼ਟਪਦੀ ਤੋਂ ਲੈ ਕੇ 24ਵੀਂ ਅਸ਼ਟਪਦੀ ਤੱਕ ਕੱਟੇ ਹੋਏ ਬੰਦ ਵਿੱਚੋਂ ਸਾਰਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਕੇ ਭੋਗ ਪਾ ਕੇ ਫਿਰ ਆਪਣੇ ਸਰੀਰ ਨੂੰ ਸ਼ਾਂਤ ਕੀਤਾ। ਸੋ ਗੁਰਸਿੱਖ ਦਾ ਗੁਰੂ ਕੀ ਬਾਣੀ ਦੇ ਨਾਲ ਐਸਾ ਪ੍ਰੇਮ ਹੈ, ਗੁਰਬਾਣੀ ਤੋਂ ਬਿਨਾ, ਨਾਮ ਤੋਂ ਬਿਨਾ, ਗੁਰੂ ਕੀ ਸੰਗਤ ਤੋਂ ਬਿਨਾ ਗੁਰਸਿੱਖ ਰਹਿ ਨਹੀਂ ਸਕਦਾ। ਰਾਮ ਨਾਮ ਮਨ ਵਿਦਿਆ, ਰਮੇ ਹੋਏ ਪਰਮੇਸ਼ਰ ਦੇ ਨਾਮ ਵਿੱਚ ਮਨ ਸਾਡਾ ਵਿੰਨਿਆ ਗਿਆ। ਅਵਰ ਕੇ ਕਰੀ ਵਿਚਾਰ, ਜਿਨ੍ਹਾਂ ਦਾ ਮਨ ਵਿੰਨਿਆ ਗਿਆ ਉਹਨਾਂ ਬਾਰੇ ਹੋਰ ਕਿਹੜੀ ਵਿਚਾਰ ਅਸੀਂ ਕਰੀਏ। ਸ਼ਬਦ ਸੁਰਤ ਸੁਖ ਉਪਜੈ, ਪ੍ਰਭ ਰਾਤੋ ਸੁਖ ਸਾਰ। ਸ਼ਬਦ ਵਿੱਚ ਸੁਰਤ ਜੋੜਨ ਤੇ ਸੁਖ ਉਪਜੈ, ਆਤਮਕ ਸੁਖ ਪ੍ਰਗਟ ਹੋ ਆਇਆ। ਪ੍ਰਭ ਰਾਤੋ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਜਾਣ ਤੇ ਸੁਖ ਸਾਰ, ਸਾਰ ਸ੍ਰੇਸ਼ਟ ਸੁਖ, ਸਾਰ ਸਭ ਨਾਲੋਂ ਉੱਤਮ ਸੁਖ ਜੋ ਬ੍ਰਹਮ ਦੀ ਪ੍ਰਾਪਤੀ ਦਾ ਸੁਖ ਸੀ, ਇਹ ਸੁਖ ਸਾਨੂੰ ਮਿਲ ਗਿਆ। ਜਿਉਂ ਭਾਵੈ ਤਿਉਂ ਰਾਖ ਤੂੰ, ਮੈਂ ਹਰ ਨਾਮ ਆਧਾਰ। ਪਰਮੇਸ਼ਰ ਦੇ ਰੰਗ ਵਿੱਚ ਰੰਗੇ ਜਾਣ ਤੇ ਜੋ ਅਵਸਥਾ ਬਣ ਗਈ, ਉਸ ਅਵਸਥਾ ਵਿੱਚ ਰਹਿਣ ਵਾਲੇ ਗੁਰਮੁਖ ਜਨ ਸੰਸਾਰ ਵਿੱਚ ਵਿਚਰਦੇ ਹੋਏ ਜੀਵਨ ਦੇ ਹਰ ਇੱਕ ਘਟਨਾਕ੍ਰਮ ਪਰਿਸਥਿਤੀ ਵਿੱਚ ਆਪਣੇ ਗਲ ਵਿੱਚ ਪੱਲਾ ਪਾ ਕੇ ਦੁੱਖ ਹੋਵੇ ਸੁੱਖ ਹੋਵੇ ਉਹ ਆਪਣੇ ਸਤਿਗੁਰਾਂ ਦੇ ਅੱਗੇ ਇਹੀ ਅਰਦਾਸ ਕਰਦੇ, ਜਿਉਂ ਭਾਵੈ ਤਿਉਂ ਰਾਖ ਤੂੰ। ਹੇ ਪਰਮੇਸ਼ਰ, ਜਿਵੇਂ ਤੈਨੂੰ ਭਾਵੇ ਤਿਵੇਂ ਹੀ ਤੂੰ ਮੈਨੂੰ ਰੱਖਣਾ ਕਰ। ਮਹਾਰਾਜ, ਮੈਨੂੰ ਤੇਰੀ ਰਜ਼ਾ ਚੰਗੀ ਲੱਗਦੀ ਹੈ, ਤੇਰੀ ਰਜ਼ਾ ਮਿੱਠੀ ਲੱਗਦੀ ਹੈ। ਸੋ ਇਸ ਰਜ਼ਾ ਵਿੱਚ ਆਉਣ ਤੇ ਪਰਮੇਸ਼ਰ ਦਾ ਕੀਤਾ ਹੋਇਆ ਉਹਨਾਂ ਨੂੰ ਮਿੱਠਾ ਲੱਗਦਾ ਤੇ ਰਜ਼ਾ ਵਿੱਚ ਦੁੱਖ ਆਵੇ, ਤਕਲੀਫ ਵੀ ਆਵੇ, ਗੁਰੂ ਕੀ ਸੰਗਤ ਜਿਸ ਤਕਲੀਫ ਤੋਂ, ਜਿਸ ਦੁੱਖ ਤੋਂ ਲੋਕ ਜ਼ਾਰ ਜ਼ਾਰ ਰੋਂਦੇ ਹਨ,
ਗੁਰੂ ਪਰਮੇਸ਼ਰ ਦੀ ਪ੍ਰੀਤ ਵਿੱਚ ਰਹਿਣ ਵਾਲੇ, ਰਾਜਾ ਵਿੱਚ ਰਾਜੀ ਹੋਏ ਜੋ ਗੁਰਸਿੱਖ ਨੇ, ਉਹਨਾਂ ਨੂੰ ਦੁੱਖ ਤੇ ਤਕਲੀਫ ਵੀ ਮਿੱਠੀ ਲੱਗਦੀ। ਉਹ ਇਸ ਦੁੱਖ ਤੇ ਤਕਲੀਫ ਵਿੱਚ ਰਹਿੰਦੇ ਹੋਏ ਵੀ ਪ੍ਰਸੰਨ ਚਿੱਤ ਰਹਿੰਦੇ ਹਨ ਤੇ ਹਰ ਵਕਤ ਇਹੀ ਅਰਦਾਸ ਕਰਦੇ, ਜਿਉਂ ਭਾਵੇਂ ਤਿਉਂ ਰਾਖ ਤੂੰ। ਉਹਨਾਂ ਦੀ ਬੇਨਤੀ ਇਹੀ ਹੁੰਦੀ ਕਿ ਪਰਮੇਸ਼ਰ ਜਿਵੇਂ ਤੈਨੂੰ ਪਾਵੇ ਤਿਵੇਂ ਤੂੰ ਮੈਨੂੰ ਰੱਖਣਾ ਕਰ। ਮੈਂ ਹਰ ਨਾਮ ਆਧਾਰ, ਮੈਨੂੰ ਹਰੀ ਪਰਮੇਸ਼ਰ ਤੇਰੇ ਨਾਮ ਦਾ ਆਸਰਾ ਮਿਲਦਾ ਰਹੇ। ਨਾਮ ਦਾ ਆਸਰਾ ਹੀ ਐਸਾ ਹੈ ਜਿਸ ਆਸਰੇ ਨੂੰ ਪਾ ਕੇ ਗੁਰਮੁਖ ਜਨ ਕੱਖਾਂ ਦੀ ਕੁੱਲੀ ਵਿੱਚ ਪੀ ਬਹੁਤ ਸਬਰ ਸੰਤੋਖ ਵਿੱਚ, ਬੜੇ ਖੁਸ਼ੀ ਤੇ ਖੇੜੇ ਵਿੱਚ ਹਰ ਵਕਤ ਰਹਿੰਦੇ ਹਨ। ਸੋ ਨਾਮ ਵਿਸਰ ਗਿਆ ਤੇ ਭਾਵੇਂ ਸੰਸਾਰ ਦੇ ਸਾਰੇ ਸੁੱਖ, ਸਾਰੀਆਂ ਸੰਸਾਰ ਦੀਆਂ ਸਹੂਲਤਾਂ ਪਾਸ ਹੋਣ, ਫਿਰ ਵੀ ਗੁਰੂ ਕੀ ਸੰਗਤ ਉਹ ਦੁਖੀ ਹੀ ਰਹਿੰਦੇ ਹਨ। ਆਪਣੇ ਹੀ ਜੀਵਨ ਕਾਲ ਅੰਦਰ ਐਸੀਆਂ ਵਾਰਦਾਤਾਂ ਅਸੀਂ ਕਈ ਵਾਰ ਪੜ੍ਹੀਆਂ ਤੇ ਸੁਣੀਆਂ ਹੋਣਗੀਆਂ। ਵੱਡੇ ਵੱਡੇ ਮਾਇਆਧਾਰੀ ਜੋ ਆਤਮ ਹੱਤਿਆ ਕਰ ਗਏ, ਜਿਨ੍ਹਾਂ ਦੇ ਕੋਲੋਂ ਸੋ ਆਪਣੀ ਜ਼ਿੰਦਗੀ ਦੇ ਨਾਲ ਜੋ ਸਥਿਤੀਆਂ ਬਣ ਰਹੀਆਂ ਸੀ, ਉਹਨਾਂ ਦੇ ਨਾਲ ਲੜਿਆ ਨਾ ਜਾ ਸਕਿਆ ਅਤੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਦਿੱਤੀ। ਮਾਇਆ ਵੀ ਬਹੁਤ ਸੀ, ਸੁੱਖ ਸਹੂਲਤਾਂ ਵੀ ਬਹੁਤ ਸਨ, ਪਰ ਫਿਰ ਵੀ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ। ਕਿਉਂ ਜੀਵਨ ਲੀਲਾ ਸਮਾਪਤ ਕਰ ਦਿੱਤੀ? ਕਿਉਂਕਿ ਅੰਦਰ ਦੁੱਖ ਨਾਲ ਇਤਨਾ ਭਰ ਗਿਆ ਕਿ ਉਹ ਦੁੱਖ ਬਰਦਾਸ਼ਤ ਨਾ ਹੋ ਸਕਿਆ ਤੇ ਆਪਣਾ ਸਰੀਰ ਹੀ ਖਤਮ ਕਰ ਦਿੱਤਾ। ਸੋ ਸੰਸਾਰ ਦੀਆਂ ਸਹੂਲਤਾਂ ਮਿਲ ਜਾਣ ਤੇ, ਸੰਸਾਰ ਦੇ ਸੁੱਖ ਮਿਲ ਜਾਣ ਤੇ ਜੀਵ ਆਤਮਾ ਸੁਖੀ ਨਹੀਂ ਹੁੰਦੀ, ਮਨ ਸੁਖੀ ਨਹੀਂ ਹੁੰਦਾ। ਮਨ ਸੁਖੀ ਉਸ ਵਕਤ ਹੁੰਦਾ ਹੈ ਜਦ ਮਨ ਨੂੰ ਮਨ ਦੀ ਖੁਰਾਕ ਮਿਲਦੀ ਹੈ। ਜ਼ਾਹਰ ਹੀ ਗੱਲ ਹੈ, ਸਰੀਰ ਨੂੰ ਭੁੱਖ ਲੱਗੇ, ਭੋਜਨ ਛਕੇ ਤੇ ਸਰੀਰ ਤ੍ਰਿਪਤ ਹੁੰਦਾ। ਸਰੀਰ ਦੀ ਭੁੱਖ ਇਹ ਬਾਹਰਲੇ ਪਦਾਰਥ ਦੂਰ ਕਰਦੇ ਹਨ, ਲੇਕਿਨ ਮਨ ਦੀ ਭੁੱਖ ਇਹ ਬਾਹਰਲੇ ਪਦਾਰਥ ਦੂਰ ਨਹੀਂ ਕਰਦੇ। ਮਨ ਦੀ ਭੁੱਖ ਨਿਵਰਤ ਕਰਨੀ ਹੈ ਤੇ ਉਸ ਭੁੱਖ ਨੂੰ, ਉਸ ਪਿਆਸ ਨੂੰ ਨਿਵਰਤ ਕਰਨ ਵਾਸਤੇ ਇੱਕ ਹੀ ਪਦਾਰਥ ਸਮਰੱਥ ਹੈ, ਉਹ ਹੈ ਪਰਮੇਸ਼ਰ ਦਾ ਨਾਮ। ਸੋ ਇਸ ਕਰਕੇ ਬੇਨਤੀ ਕਰਦੇ ਨੇ, ਮੈਂ ਹਰ ਨਾਮ ਆਧਾਰ। हे ਪਰਮੇਸ਼ਰ, ਮੈਨੂੰ ਤੇਰੇ ਨਾਮ ਦਾ ਆਸਰਾ ਮਿਲਦਾ ਰਹੇ, ਮੈਨੂੰ ਤੇਰੇ ਨਾਮ ਦਾ ਆਸਰਾ ਚਾਹੀਦਾ। ਮਨ ਰੇ ਸਾਚੇ ਖਸਮ ਰਜਾਏ। हे ਮਨ, ਸੱਚੀ ਵਸਤੂ ਤਾਂ ਖਸਮ ਦੀ ਰਜਾ ਹੈ। ਖਸਮੈ ਸੋਈ ਭਾਵਦਾ, ਖਸਮੈ ਦਾ ਜਿਸ ਭਾਣਾ ਭਾਵੈ। ਖਸਮ ਵਾਹਿਗੁਰੂ ਪਰਮੇਸ਼ਰ ਨੂੰ ਉਹੀ ਹੁੰਦਾ ਜਿਸ ਨੂੰ ਪਰਮੇਸ਼ਰ ਦਾ ਭਾਣਾ ਚੰਗਾ ਲੱਗਦਾ। ਜੋ ਪਰਮੇਸ਼ਰ ਦੇ ਭਾਣੇ ਅੰਦਰ ਆ ਗਏ, ਜਿਨ ਤਨ ਮਨ ਸਾਜ ਸੀਗਾਰਿਆ, ਤਿਸ ਸੇਤੀ ਲਿਵ ਲਾਏ। ਜਿਸ ਨੇ ਇਸ ਤਨ ਮਨ ਨੂੰ ਸਾਜ ਕੇ ਸਿੰਗਾਰਿਆ ਹੈ, ਤਿਸ ਸੇਤੀ ਲਿਵ ਲਾਏ। ਉਸ ਪਰਮੇਸ਼ਰ ਨਾਲ ਆਪਣੀ ਪ੍ਰੇਮੀਆਂ ਲਿਵ ਲਾ।
ਜਿਸ ਪਰਮੇਸ਼ਰ ਨੇ ਤੈਨੂੰ ਸੋਹਣਾ ਸਰੀਰ ਦਿੱਤਾ, ਉਸ ਪਰਮੇਸ਼ਰ ਨਾਲ ਆਪਣੀ ਲਿਵ ਜੋੜ ਨਾ ਕਰ। ਲੇਕਿਨ ਤੂੰ ਉਸ ਪਰਮੇਸ਼ਰ ਨੂੰ ਤਿਆਗ ਕੇ ਦੇਹ ਨੂੰ ਹੀ ਸ਼ਿੰਗਾਰਨ ਤੇ ਸੰਵਾਰਨ ਦੇ ਵਿੱਚ ਲੱਗਾ ਹੋਇਆ ਹੈ, ਔਰ ਦੇਹ ਦੀ ਹੀ ਫਿਕਰ ਵਿੱਚ, ਸਰੀਰ ਦੀ ਹੀ ਫਿਕਰ ਵਿੱਚ ਹਰ ਵਕਤ ਲੱਗਾ ਰਹਿੰਦਾ। ਇਸ ਸਰੀਰ ਨੂੰ ਕਿੰਨਾ ਕੁ ਚਿਰ ਬਚਾ ਕੇ ਰੱਖ ਸਕਦਾ ਹੈ? ਅਨਕ ਯਤਨ ਕਰ ਕਾਇਆ ਪਾਲੀ, ਅਨੇਕ ਯਤਨ ਕਰਕੇ ਇਸ ਕਾਇਆ ਸਰੀਰ ਨੂੰ ਪਾਲਿਆ, ਦੇਹ ਨੂੰ ਪਾਲਿਆ। ਹੋਇਆ ਕਿ ਅਖੀਰ ਵਿੱਚ ਇਸ ਨਾਲ ਮਹਾਰਾਜ ਫਰਮਾਉਂਦੇ, ਮਰਤੀ ਬਾਰ ਅਗਨ ਸੰਗ ਜਾਲੀ। ਮਰਨ ਵੇਲੇ ਅੱਗ ਵਿੱਚ ਪਾ ਕੇ ਇਹ ਦੇਹ ਜਾਲ ਦਿੱਤੀ। ਚੋਆ ਚੰਦਨ ਮਰਦਨ ਅੰਗਾ, ਜਿਸ ਦੇਹ ਦਾ, ਜਿਸ ਸਰੀਰ ਦਾ ਹੰਕਾਰ ਕਰਦਾ, ਜਿਸ ਸੋਹਣੇ ਸਰੀਰ ਦੀ ਅੰਦਰ ਹਉਮੈ ਬੈਠੀ ਹੋਈ, ਮਹਾਰਾਜ ਫਰਮਾਉਂਦੇ ਚੋਆ ਚੰਦਨ ਮਰਦਨ ਅੰਗਾ। ਚੋਆ ਚੰਦਨ, ਚੰਦਨ ਤੋਂ ਬਣੇ ਹੋਏ ਅਤਰ, ਬਹੁਤ ਮਹਿੰਗੇ ਮੁੱਲ ਵਾਲੇ ਤੇਲ, ਅਤਰ ਫਲੇਲਾਂ ਦਾ ਛਿੜਕਾਅ ਕਰਦਾ। ਇਸ ਸਰੀਰ ਤੇ ਉਹ ਬਹੁਤ ਮਹਿੰਗੇ ਮੁੱਲ ਵਾਲੇ ਤੇਲ, ਕਰੀਮਾਂ ਦਾ ਸੇਵਨ ਕਰਦਾ। ਪ੍ਰੇਮੀਆਂ, ਕਿੰਨਾ ਕੁ ਚਿਰ ਇਸ ਸਰੀਰ ਨੂੰ ਬਚਾ ਕੇ ਰੱਖੇਗਾ? ਸੋ ਤਨ ਜਲੈ ਕਾਠ ਕੈ ਸੰਗਾ। ਇੱਕ ਦਿਨ ਆਵੇਗਾ ਉਹ ਸਰੀਰ ਲੱਕੜਾਂ ਦੇ ਵਿੱਚ ਪੈ ਕੇ ਜਲ ਜਾਵੇਗਾ। ਕਹੋ ਕਬੀਰ ਸੁਨਹੁ ਰੇ ਗੁਣੀਆ, ਬਿਨਸੈ ਗੋ ਰੂਪ ਦੇਖੈ ਸਭ ਦੁਨੀਆ। ਭਗਤ ਕਬੀਰ ਜੀ ਫਰਮਾਉਂਦੇ, ਗੁਣਵਾਨ ਭਲੇ ਪੁਰਖੋ ਸੁਣੋ, ਬਿਨਸੇ ਗੋ ਰੂਪ ਦੇਖੈ ਸਭ ਦੁਨੀਆ। ਜਿਸ ਰੂਪ ਦਾ ਇਹ ਮਾਨ ਕਰਦਾ ਪਿਆ ਹੈ, ਇਹ ਰੂਪ ਇੱਕ ਦਿਨ ਬਿਨਸ ਜਾਵੇਗਾ। ਚਾਰ ਚਫੇਰੇ ਇਸ ਦੇ ਲੋਕ ਖੜੇ ਹੋ ਕੇ ਦੇਖਣਗੇ। ਮੁਸਲਮਾਨ ਵੀਰ ਉਸ ਸੋਹਣੇ ਸਰੀਰ ਨੂੰ ਫਿਰ ਤਾਬੂਤ ਦੇ ਵਿੱਚ ਬੰਦ ਕਰਕੇ ਤੇ ਧਰਤੀ ਵਿੱਚ ਦੱਬ ਦਿੰਦੇ ਹਨ। ਸੋ ਇਸੇ ਤਰ੍ਹਾਂ ਉਸ ਸਰੀਰ ਨੂੰ ਲੱਕੜਾਂ ਦੇ ਵਿੱਚ ਚਿਣ ਕੇ ਤੇ ਅੱਗ ਦੇ ਦਿੱਤੀ ਜਾਂਦੀ ਹੈ। ਜਿਸ ਰੂਪ ਦੀਆਂ ਸਿਫਤਾਂ ਹੁੰਦੀਆਂ ਸੀ, ਜਿਸ ਦੇਹ ਦੀਆਂ ਸਿਫਤਾਂ ਹੁੰਦੀਆਂ ਸੀ, ਇੱਕ ਦਿਨ ਉਸ ਸਰੀਰ ਤੇ ਐਸਾ ਆਉਂਦਾ, ਚਾਰ ਚਫੇਰੇ ਲੋਕ ਖੜੇ ਦੇਖਦੇ ਹਨ ਤੇ ਉਹ ਅੱਗ ਦੇ ਵਿੱਚ ਲੱਟ ਲੱਟ ਜਲ ਜਾਂਦਾ ਹੈ। ਮਹਾਰਾਜ ਫਰਮਾਉਂਦੇ, ਜਿਨ ਤਨ ਮਨ ਸਾਜ ਸੀਗਾਰਿਆ, ਜਿਸ ਪਰਮੇਸ਼ਰ ਨੇ ਤਨ ਮਨ ਨੂੰ ਸਾਜ ਕੇ ਫਿਰ ਇਸ ਨੂੰ ਸਿੰਗਾਰਿਆ ਹੈ, ਸ਼ੁਕਰਾਨਾ ਕਰ ਉਸ ਪਰਮੇਸ਼ਰ ਦਾ। ਮਹਾਰਾਜ ਤੂੰ ਮੈਨੂੰ ਬਹੁਤ ਸੋਹਣਾ ਸਰੀਰ ਦਿੱਤਾ, ਨਾਲ ਤੇ ਤੰਦਰੁਸਤੀ ਵੀ ਦੇ ਦਿੱਤੀ। ਸਭ ਤੋਂ ਵੱਡੀ ਨਿਆਮਤ ਤਾਂ ਇਹ ਹੀ ਹੈ ਇਸ ਸੰਸਾਰ ਦੀ ਕਿ ਸਰੀਰ ਅਰੋਗ ਹੋਣਾ, ਇਸ ਸਰੀਰ ਨੂੰ ਕੋਈ ਰੋਗ ਬਿਮਾਰੀ ਨਾ ਹੋਣੀ। ਇਹ ਸੰਸਾਰ ਦੀ ਇੱਕ ਵੱਡੀ ਨਿਆਮਤ ਹੈ। ਤੇ ਮਹਾਰਾਜ ਜੀ ਇਹ ਸਰੀਰ ਦਿੱਤਾ, ਸੋ ਤੁਹਾਡਾ ਸ਼ੁਕਰ ਹੈ। ਤਿਸ ਸੇਤੀ ਲਿਵ ਲਾਏ, ਉਸ ਪਰਮੇਸ਼ਰ ਦੇ ਨਾਲ ਆਪਣੀ ਲਿਵ ਲਾਉਣਾ ਕਰ, ਉਸ ਪਰਮੇਸ਼ਰ ਨਾਲ ਆਪਣਾ ਮਨ ਜੋੜ। ਰਹਾਉ ਤਨ ਬੈ ਸੰਤਰ ਹੋਮੀਐ, ਇਕ ਰਤੀ ਤੋਲ ਕਟਾਏ। ਵਿਸਰਾਮ ਦੇ ਕੇ ਆਪ ਫਰਮਾਉਂਦੇ ਹਨ, ਤਨ ਬੈ ਸੰਤਰ ਹੋਮੀਐ। ਸਰੀਰ ਨੂੰ ਇੱਕ ਇੱਕ ਰਤੀ ਦੇ ਤੋਲ ਬਰਾਬਰ ਕੱਟ ਕੱਟ ਕੇ ਅੱਗ ਦੇ ਵਿੱਚ ਹਮਨ ਕਰ ਦਈਏ, ਅੱਗ ਦੇ ਵਿੱਚ ਪਾ ਦਈਏ।
ਤਨ ਮਨ ਸਮਦਾ ਜੇ ਕਰੀ, ਅਨ ਦਿਨ ਅਗਨ ਜਲਾਏ। ਤਨ ਸਰੀਰ ਨੂੰ, ਮਨ ਨੂੰ ਸਮਦਾ ਕਹਿੰਦੇ ਨੇ ਲੱਕੜਾਂ ਨੂੰ। ਤਨ ਮਨ ਨੂੰ ਲੱਕੜਾਂ ਦੀ ਤਰ੍ਹਾਂ ਕਰਕੇ ਜੇਕਰ ਰਾਤ ਦਿਨ ਅੱਗ ਵਿੱਚ ਜਲਾਉਣਾ ਕਰੇ, ਹਰ ਨਾਮੈ ਤੁਲ ਨਾ ਪੁੱਜਈ। ਜੇ ਲੱਖ ਕੋਟੀ ਕਰਮ ਕਮਾਏ। ਇਹੋ ਜਿਹੇ ਕਠਿਨ ਸਾਧਨ ਇੱਕ ਨਹੀਂ ਦੋ ਨਹੀਂ। ਮਹਾਰਾਜ ਫਰਮਾਉਂਦੇ ਜੇ ਲੱਖ ਕੋਟੀ ਕਰਮ ਕਮਾਏ, ਜੇ ਲੱਖਾਂ ਕਰੋੜਾਂ ਕਰਮ ਵੀ ਕਮਾ ਲਵੇ, ਹਰ ਨਾਮੈ ਤੁਲ ਨ ਪੁੱਜਈ। ਪਰਮੇਸ਼ਰ ਦਾ ਨਾਮ ਜਪਣ ਵਾਲੇ ਦੇ ਬਰਾਬਰ ਫਿਰ ਵੀ ਇਹ ਨਹੀਂ ਪੁੱਜ ਸਕਦੇ। ਨਾਮ ਇਤਨਾ ਵੱਡਾ ਹੈ। ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ। ਪੁੰਨ ਕਹਿੰਦੇ ਨੇ ਕਿਸੇ ਖਾਸ ਪੁਰਬ ਵਾਲੇ ਦਿਨ ਆਪਣੇ ਹੱਥੋਂ ਕਿਸੇ ਗਰੀਬ ਨੂੰ ਕੁਝ ਦੇ ਦੇਣਾ, ਇਸ ਨੂੰ ਕਹਿੰਦੇ ਨੇ ਪੁੰਨ ਕਰਨਾ। ਦਾਨ ਕਹਿੰਦੇ ਨੇ ਨੇਤਾ ਪ੍ਰਤੀ ਆਪਣੇ ਹੱਥੋਂ ਕੁਝ ਦਿੰਦੇ ਰਹਿਣਾ, ਇਸ ਨੂੰ ਕਹਿੰਦੇ ਨੇ ਦਾਨ ਕਰਨਾ। ਪੁੰਨ ਦਾਨ ਜਪ ਤਪ ਜੇਤੇ। ਪੁੰਨ ਕਰਨਾ, ਦਾਨ ਕਰਨੇ, ਜਿਤਨੇ ਵੀ ਜਪ ਤਪ ਹਨ ਸਭ ਉੱਪਰ ਨਾਮ। ਪਰਮੇਸ਼ਰ ਦਾ ਨਾਮ ਸਭ ਤੋਂ ਉੱਪਰ ਹੈ। ਪਰਮੇਸ਼ਰ ਦਾ ਨਾਮ ਸਭ ਤੋਂ ਵੱਡਾ ਹੈ। ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਆਪਣੀ ਰਸਨਾ ਤੋਂ ਜੋ ਹਰੀ ਪਰਮੇਸ਼ਰ ਦਾ ਨਾਮ ਜਪਦਾ, ਉਸ ਦੇ ਸਾਰੇ ਹੀ ਕਾਰਜ ਪੂਰੇ ਹੁੰਦੇ। ਸਭ ਕਾਰਜ ਉਸ ਦੇ ਸਿੱਧ ਹੁੰਦੇ ਹਨ। ਅਰਧ ਸਰੀਰ ਕਟਾਈਐ, ਸਿਰ ਕਰਵਤ ਧਰਾਏ। ਹੁਣ ਗੁਰੂ ਮਹਾਰਾਜ ਜੀ ਅੱਗੇ ਹੋਰ ਬਚਨ ਕਰਦੇ। ਆਪਣੇ ਸਿਰ ਉੱਪਰ ਆਰਾ ਰਖਵਾ ਕੇ ਸਰੀਰ ਨੂੰ ਅੱਧ ਵਿਚਾਲਿਓਂ ਕਟਵਾ ਲਵੇ। ਤਨ ਹੈ ਮੰਚਲ ਗਾਲੀਐ, ਭੀ ਮਨ ਤੇ ਰੋਗ ਨਾ ਜਾਏ। ਸਰੀਰ ਨੂੰ ਹਿਮਾਲਿਆ ਪਰਬਤ ਵਿੱਚ ਲਿਜਾ ਕੇ ਗਾਲ ਦੇਵੇ। ਐਸੇ ਕਠਿਨ ਸਾਧਨ ਵੀ ਕਰ ਲਏ ਜਾਣ, ਫਿਰ ਵੀ ਮਨ ਦੇ ਰੋਗ ਜਾਂਦੇ ਨਹੀਂ। ਹਰ ਨਾਮੈ ਤੁਲ ਨਾ ਪੁੱਜਈ, ਸਭ ਡਿਠੀ ਠੋਕ ਵਜਾਈ। ਪਰਮੇਸ਼ਰ ਦੇ ਨਾਮ ਬਰਾਬਰ ਹੋਰ ਕੋਈ ਵੀ ਸਾਧਨ ਪੁੱਜ ਨਹੀਂ ਸਕਦਾ। ਮਹਾਰਾਜ ਫਰਮਾਉਂਦੇ ਸਭ ਡਿਠੀ ਠੋਕ ਵਜਾਏ। ਅਸਾਂ ਨੇ ਚੰਗੀ ਤਰ੍ਹਾਂ ਪਰਖ ਕੇ ਇਹ ਦੇਖ ਲਿਆ, ਭਾਈ ਨਾਮ ਜਪਣ ਦੇ ਬਰਾਬਰ, ਗੁਰਬਾਣੀ ਪੜ੍ਹਨ ਦੇ ਬਰਾਬਰ ਹੋਰ ਕੋਈ ਵੀ ਸਾਧਨ ਪੁੱਜ ਨਹੀਂ ਸਕਦਾ। ਕੰਚਨ ਕੇ ਕੋਟ ਦਤ ਕਰੀ, ਬਹੁ ਹੈ ਵਰ ਗੈ ਵਰਦਾਨ। ਬੇਸ਼ੱਕ ਸੋਨੇ ਦੇ ਕਿਲੇ ਬਣਾ ਕੇ ਦੇਣਾ ਕਰੇ, ਬਹੁਤ ਘੋੜੇ ਤੇ ਹਾਥੀਆਂ ਦਾ ਵੀ ਦਾਨ ਕਰੇ। ਭੂਮ ਦਾਨ ਗਊਆ ਘਣੀ, ਭੀ ਅੰਤਰ ਗਰਭ ਗੁਮਾਨ। ਭੂਮ ਧਰਤੀ ਜ਼ਮੀਨ ਦਾ ਦਾਨ ਕਰੇ, ਬਹੁਤ ਗਾਵਾਂ ਦਾ ਦਾਨ ਕੀਤਾ ਜਾਵੇ। ਇਹਨਾਂ ਦੇ ਨਾਲ ਮਿਲਦਾ ਕੀ ਹੈ? ਮਹਾਰਾਜ ਫਰਮਾਉਂਦੇ ਨਾਮ ਨਹੀਂ ਜਪਿਆ, ਇਹ ਸਭ ਕਰਮ ਧਰਮ ਕਰਨ ਤੇ ਹਿਰਦੇ ਅੰਦਰ ਗਰਭ ਗਮਾਨ, ਹਉਮੈ ਹੰਕਾਰ ਹੀ ਵੱਧਦਾ। ਰਾਮ ਨਾਮ ਮਨ ਵੇਦਿਆ, ਗੁਰ ਦੀਆ ਸਚ ਦਾਨ। ਸਾਡਾ ਤਾਂ ਮਨ ਰਮੇ ਹੋਏ ਪਰਮੇਸ਼ਰ ਦੇ ਨਾਮ ਵਿੱਚ ਵਿੰਨਿਆ ਗਿਆ। ਗੁਰ ਦੀਆ ਸਚ ਦਾਨ, ਗੁਰੂ ਸਾਹਿਬ ਜੀ ਨੇ ਸਾਨੂੰ ਸੱਚਾ ਦਾਨ, ਨਾਮ ਦਾ ਦਾਨ ਦਿੱਤਾ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਇਹ ਉਪਦੇਸ਼ ਸਾਡੇ ਵੀ ਹਿਰਦੇ ਵਿੱਚ ਵਸਣਾ ਕਰੇ।
ਇੱਥੋਂ ਤੱਕ ਗੁਰੂ ਕੀ ਸੰਗਤ ਵਿਚਾਰ ਕਰਦਿਆਂ ਹੋਈਆਂ ਬੇਅੰਤ ਹੀ ਪ੍ਰਕਾਰ ਦੀਆਂ ਭੁੱਲਾਂ ਦੀ ਗਰੀਬ ਨਵਾਜ ਸਤਿਗੁਰੂ ਕਲਗੀਧਰ ਜੀ ਮਹਾਰਾਜ, ਧੰਨ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਗੁਰੂ ਕੀ ਸੰਗਤ ਨੇ ਅਣਜਾਣ ਸਮਝ ਕੇ ਹੋਈਆਂ ਭੁੱਲਾਂ ਦੀ ਖਿਮਾ ਮਾਫੀ ਬਖਸ਼ਣੀ। ਇੱਥੇ ਹੀ ਸਮਾਪਤੀ ਹੈ। ਭੂਮ ਦਾਨ ਗਊਆ ਕਣੀ ਭੀ ਅੰਤਰ ਗਰਭ ਗਮਾਨ, ਰਾਮ ਨਾਮ ਮਨ ਬੇਦਿਆ ਗੁਰ ਦੀਆ ਸਚ ਦਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਦੀਨ ਦਇਆਲ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਬਿਰਾਜਮਾਨ ਹੋ ਰਹੀ ਗੁਰੂ ਸਰੂਪ ਸਤ ਸਿੱਖ ਸੰਗਤ ਜੀ, ਹੁਣ ਆਪ ਜੀ ਨੂੰ ਗਿਆਨੀ ਭਾਈ ਜੋਗਿੰਦਰ ਸਿੰਘ ਜੀ, ਜੋ ਇਸ ਅਸਥਾਨ 'ਤੇ ਗੁਰੂ ਮਹਾਰਾਜ ਜੀ ਦੇ ਪਵਿੱਤਰ ਸ਼ਸਤਰ ਸੁਭਾਏਮਾਨ ਹਨ, ਉਹਨਾਂ ਦੇ ਦਰਸ਼ਨ ਕਰਵਾਉਣਗੇ। ਆਪ ਸਭ ਸੰਗਤ ਸ਼ਾਂਤੀ ਟਿਕਾ ਬਣਾ ਕੇ ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਮਹਾਰਾਜ ਜੀ ਦੇ ਪਵਿੱਤਰ ਸ਼ਸਤਰਾਂ ਦੇ ਦਰਸ਼ਨ ਕਰਦੇ ਹੋਏ